ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਿਆਰੇ ਵਿਦਿਆਰਥੀਓ, ਅੱਜ ਸਾਡਾ ਵਿਸ਼ਾ ਹੈ ਵਿਸ਼ੇਸ਼ਣ। ਵਿਸ਼ੇਸ਼ਣ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਐਡਜੈਕਟਿਵ ਕਿਹਾ ਜਾਂਦਾ ਹੈ ਅਤੇ ਹਿੰਦੀ ਦੇ ਵਿੱਚ ਇਸ ਨੂੰ ਵਿਸ਼ੇਸ਼ਣ ਹੀ ਕਹਿੰਦੇ ਹਨ। ਹੁਣ ਅਸੀਂ ਵਿਸ਼ੇਸ਼ਣ ਦੀ ਪਰਿਭਾਸ਼ਾ ਦੀ ਗੱਲ ਕਰਾਂਗੇ। ਪਰਿਭਾਸ਼ਾ: ਜਿਹੜੇ ਸ਼ਬਦ ਨਾਂਵ ਜਾਂ ਪੜ੍ਹਨਾਂਵ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ, ਉਹਨਾਂ ਨੂੰ ਵਿਸ਼ੇਸ਼ਣ ਕਹਿੰਦੇ ਹਨ। ਜਦੋਂ ਅਸੀਂ ਵਿਸ਼ੇਸ਼ਣ ਦੀ ਪਰਿਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਸ਼ਬਦ ਕਿਸੇ ਨਾਂਵ ਜਾਂ ਪੜ੍ਹਨਾਂਵ ਨਾਲ ਆ ਕੇ ਉਸ ਦੇ ਗੁਣ, ਔਗੁਣ, ਅਵਸਥਾ ਜਾਂ ਗਿਣਤੀ ਮਿਣਤੀ ਦੱਸਣ ਅਤੇ ਉਸ ਨੂੰ ਆਮ ਤੋਂ ਵਿਸ਼ੇਸ਼ ਬਣਾਏ, ਉਹਨਾਂ ਸ਼ਬਦਾਂ ਨੂੰ ਅਸੀਂ ਵਿਸ਼ੇਸ਼ਣ ਕਹਿੰਦੇ ਹਾਂ। ਜਿਵੇਂ ਉਦਾਹਰਣ ਵਜੋਂ ਚਿੱਟਾ ਕਬੂਤਰ। ਹੁਣ ਇੱਥੇ ਸਾਡੇ ਸਾਹਮਣੇ ਦੋ ਸ਼ਬਦ ਹਨ। ਪਹਿਲਾ ਸ਼ਬਦ ਹੈ ਚਿੱਟਾ ਅਤੇ ਦੂਸਰਾ ਸ਼ਬਦ ਹੈ ਕਬੂਤਰ। ਕਬੂਤਰ ਸ਼ਬਦ ਨਾਂਵ ਹੈ, ਚਿੱਟਾ ਸ਼ਬਦ ਵਿਸ਼ੇਸ਼ਣ ਹੈ, ਕਿਉਂਕਿ ਚਿੱਟਾ ਸ਼ਬਦ ਕਬੂਤਰ ਦੀ ਵਿਸ਼ੇਸ਼ਤਾ ਨੂੰ ਪੇਸ਼ ਕਰ ਰਿਹਾ ਹੈ। ਇਸੇ ਹੀ ਤਰ੍ਹਾਂ ਕੁਝ ਹੋਰ ਉਦਾਹਰਨਾਂ ਹਨ। ਸੁਸ਼ੀਲ ਗੋਰਾ ਹੈ, ਸੇਬ ਤਾਜ਼ੇ ਹਨ, ਤਾਜ ਮਹਿਲ ਬਹੁਤ ਸੋਹਣਾ ਹੈ। ਇਹਨਾਂ ਵਾਕਾਂ ਵਿੱਚ ਗੋਰਾ, ਤਾਜ਼ੇ, ਬਹੁਤ ਸੋਹਣਾ ਵਿਸ਼ੇਸ਼ਣ ਸ਼ਬਦ ਹਨ। ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਹੀ ਅਸੀਂ ਵਿਸ਼ੇਸ਼ਣ ਕਹਿੰਦੇ ਹਾਂ। ਹੁਣ ਅਸੀਂ ਗੱਲ ਕਰਾਂਗੇ ਵਿਸ਼ੇਸ਼ਣ ਦੀਆਂ ਕਿਸਮਾਂ ਦੇ ਬਾਰੇ। ਵਿਸ਼ੇਸ਼ਣ 5 ਪ੍ਰਕਾਰ ਦੇ ਹੁੰਦੇ ਹਨ। ਨੰਬਰ 1 ਗੁਣਵਾਚਕ ਵਿਸ਼ੇਸ਼ਣ, ਨੰਬਰ 2 ਸੰਖਿਆਵਾਚਕ ਵਿਸ਼ੇਸ਼ਣ, ਨੰਬਰ 3 ਪਰਿਮਾਣਵਾਚਕ ਵਿਸ਼ੇਸ਼ਣ, ਨੰਬਰ 4 ਨਿਸ਼ਚੈਵਾਚਕ ਵਿਸ਼ੇਸ਼ਣ, ਨੰਬਰ 5 ਪੜ੍ਹਨਾਂਵੀ ਵਿਸ਼ੇਸ਼ਣ। ਨੰਬਰ 1 ਗੁਣਵਾਚਕ ਵਿਸ਼ੇਸ਼ਣ: ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜ੍ਹਨਾਂਵ ਨਾਲ ਆ ਕੇ ਉਸ ਦਾ ਗੁਣ ਜਾਂ ਔਗੁਣ ਪ੍ਰਗਟ ਕਰੇ, ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਗੋਰਾ ਮੁੰਡਾ, ਸੁੰਦਰ ਇਮਾਰਤ। ਜਦੋਂ ਅਸੀਂ ਗੁਣਵਾਚਕ ਵਿਸ਼ੇਸ਼ਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਜੋ ਸ਼ਬਦ ਕਿਸੇ ਨਾਂਵ ਜਾਂ ਪੜ੍ਹਨਾਂਵ ਦੇ ਗੁਣ ਔਗੁਣ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ, ਉਹ ਸ਼ਬਦ ਗੁਣਵਾਚਕ ਵਿਸ਼ੇਸ਼ਣ ਹੁੰਦੇ ਹਨ। ਜਿਵੇਂ ਤੇਜ਼, ਡਰਪੋਕ, ਨਿਡਰ, ਮਿੱਠਾ, ਕੌੜਾ, ਗੋਰਾ, ਕਾਲਾ, ਸਿਆਣਾ, ਹਸਮੁਖ ਆਦਿ। ਗੁਣਵਾਚਕ ਵਿਸ਼ੇਸ਼ਣ ਦੀਆਂ ਕੁਝ ਉਦਾਹਰਨਾਂ ਹਨ। ਹਰਮਨ ਹੁਸ਼ਿਆਰ ਮੁੰਡਾ ਹੈ, ਸੁਮਨ ਦਿਆਲੂ ਕੁੜੀ ਹੈ, ਗੁਰਜੀਤ ਬਹੁਤ ਸੁਰੀਲਾ ਗਾਉਂਦੀ ਹੈ। ਇਹਨਾਂ ਵਾਕਾਂ ਵਿੱਚ ਹੁਸ਼ਿਆਰ, ਦਿਆਲੂ ਅਤੇ ਸੁਰੀਲਾ ਗੁਣਵਾਚਕ ਵਿਸ਼ੇਸ਼ਣ ਹਨ। ਹੁਣ ਅਸੀਂ ਗੱਲ ਕਰਾਂਗੇ ਗੁਣਵਾਚਕ ਵਿਸ਼ੇਸ਼ਣ ਦੀਆਂ ਅਵਸਥਾਵਾਂ ਦੀ। ਤੁਲਨਾ ਦੇ ਪੱਖ ਤੋਂ ਗੁਣਵਾਚਕ ਵਿਸ਼ੇਸ਼ਣ ਦੀਆਂ 3 ਅਵਸਥਾਵਾਂ ਹੁੰਦੀਆਂ ਹਨ। ਨੰਬਰ 1 ਸਧਾਰਨ ਅਵਸਥਾ, ਨੰਬਰ 2 ਅਧਿਕਤਰ ਅਵਸਥਾ, ਨੰਬਰ 3 ਅਧਿਕਤਮ ਅਵਸਥਾ। ਨੰਬਰ 1 ਸਧਾਰਨ ਅਵਸਥਾ: ਜਦੋਂ ਵਿਸ਼ੇਸ਼ਣ ਦੇ ਗੁਣ, ਔਗੁਣ ਜਾਂ ਵਿਸ਼ੇਸ਼ਤਾ ਨੂੰ ਸਧਾਰਨ ਰੂਪ ਵਿੱਚ ਹੀ ਦੱਸਿਆ ਜਾਵੇ ਤਾਂ ਉਹ ਗੁਣਵਾਚਕ ਵਿਸ਼ੇਸ਼ਣ ਦੀ ਸਧਾਰਨ ਅਵਸਥਾ ਹੁੰਦੀ ਹੈ। ਜਿਵੇਂ ਇਹ ਅੰਗੂਰ ਖੱਟੇ ਹਨ, ਨਿਸ਼ਾ ਪਤਲੀ ਹੈ। ਇਹਨਾਂ ਵਾਕਾਂ ਵਿੱਚ ਖੱਟੇ ਅਤੇ ਪਤਲੀ ਸ਼ਬਦ ਗੁਣਵਾਚਕ ਵਿਸ਼ੇਸ਼ਣ ਦੀ ਸਧਾਰਨ ਅਵਸਥਾ ਨੂੰ ਪੇਸ਼ ਕਰਦੇ ਹਨ। ਨੰਬਰ 2 ਅਧਿਕਤਰ ਅਵਸਥਾ: ਜਦੋਂ ਗੁਣਵਾਚਕ ਵਿਸ਼ੇਸ਼ਣ ਵਿੱਚ ਗੁਣ, ਔਗੁਣ ਜਾਂ ਵਿਸ਼ੇਸ਼ਤਾ ਦੱਸਣ ਸਮੇਂ ਦੋ ਵਿਸ਼ੇਸ਼ਾਂ ਦੀ ਆਪਸ ਵਿੱਚ ਤੁਲਨਾ ਕਰਦਿਆਂ ਇੱਕ ਨੂੰ ਦੂਸਰੇ ਨਾਲੋਂ ਵੱਧ ਦੱਸਿਆ ਜਾਵੇ ਤਾਂ ਇਹ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਰ ਅਵਸਥਾ ਹੁੰਦੀ ਹੈ। ਜਿਵੇਂ ਇਹ ਅੰਗੂਰ ਉਸ ਨਾਲੋਂ ਖੱਟੇ ਹਨ, ਨਿਸ਼ਾ ਗੁਰਜੋਤ ਨਾਲੋਂ ਪਤਲੀ ਹੈ। ਇਹਨਾਂ ਵਾਕਾਂ ਵਿੱਚ ਉਸ ਨਾਲੋਂ ਖੱਟੇ ਅਤੇ ਗੁਰਜੋਤ ਨਾਲੋਂ ਪਤਲੀ ਸ਼ਬਦ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਰ ਅਵਸਥਾ ਨੂੰ ਪੇਸ਼ ਕਰਦੇ ਹਨ। ਨੰਬਰ 3 ਅਧਿਕਤਮ ਅਵਸਥਾ: ਜਦੋਂ ਦੋ ਤੋਂ ਵੱਧ ਵਿਸ਼ੇਸ਼ਾਂ ਦੀ ਤੁਲਨਾ ਕਰਦਿਆਂ ਇੱਕ ਨੂੰ ਦੂਸਰੇ ਸਾਰੇ ਵਿਸ਼ੇਸ਼ਾਂ ਨਾਲੋਂ ਚੰਗਾ ਜਾਂ ਮਾੜਾ ਦੱਸਿਆ ਜਾਵੇ ਤਾਂ ਉਹ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਮ ਅਵਸਥਾ ਹੁੰਦੀ ਹੈ। ਜਿਵੇਂ ਇਹ ਅੰਗੂਰ ਸਭ ਨਾਲੋਂ ਖੱਟੇ ਹਨ, ਨਿਸ਼ਾ ਸਭ ਨਾਲੋਂ ਵੱਧ ਪਤਲੀ ਹੈ। ਇਹਨਾਂ ਵਾਕਾਂ ਵਿੱਚ ਸਭ ਨਾਲੋਂ ਖੱਟੇ ਅਤੇ ਸਭ ਨਾਲੋਂ ਵੱਧ ਪਤਲੀ ਸ਼ਬਦ ਗੁਣਵਾਚਕ ਵਿਸ਼ੇਸ਼ਣ ਦੀ ਅਧਿਕਤਮ ਅਵਸਥਾ ਨੂੰ ਦਰਸਾਉਂਦੇ ਹਨ। ਇੱਥੇ ਗੱਲ ਹੋਈ ਆ ਬਾਰ-ਬਾਰ ਵਿਸ਼ੇਸ਼ਾਂ ਦੀ। ਆਪਾਂ ਪਹਿਲਾਂ ਵੀ ਜਿਹੜਾ ਆ ਜ਼ਿਕਰ ਕਰ ਚੁੱਕੇ ਹਾਂ ਕਿ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਵਿਸ਼ੇਸ਼ਣ ਹੁੰਦਾ ਹੈ, ਪਰ ਜਿਸ ਨਾਂਵ ਜਾਂ ਪੜ੍ਹਨਾਂਵ ਦੀ ਉਹ ਵਿਸ਼ੇਸ਼ਤਾ ਦੱਸਦਾ ਹੈ ਉਸ ਨੂੰ ਵਿਸ਼ੇਸ਼ ਕਿਹਾ ਜਾਂਦਾ ਹੈ। ਨੰਬਰ 2 ਸੰਖਿਆਵਾਚਕ ਵਿਸ਼ੇਸ਼ਣ:
ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੀ ਸੰਖਿਆ, ਭਾਰ ਜਾਂ ਗਿਣਤੀ ਦਾ ਗਿਆਨ ਦਿੰਦਾ ਹੈ ਉਸਨੂੰ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ 7 ਕਿਤਾਬਾਂ, 50 ਰੁਪਏ, 2 ਮੀਟਰ ਕੱਪੜਾ ਆਦਿ। ਜਦੋਂ ਅਸੀਂ ਸੰਖਿਆਵਾਚਕ ਵਿਸ਼ੇਸ਼ਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਗਿਣਤੀ ਜਾਂ ਦਰਜਾ ਦੱਸਣ ਉਹਨਾਂ ਵਿਸ਼ੇਸ਼ਣਾਂ ਨੂੰ ਅਸੀਂ ਸੰਖਿਆਵਾਚਕ ਜਾਂ ਗਿਣਤੀਵਾਚਕ ਵਿਸ਼ੇਸ਼ਣ ਕਹਿੰਦੇ ਹਾਂ। ਜਿਵੇਂ ਪਹਿਲਾ, ਦੂਜਾ, ਤੀਸਰਾ, 10ਵਾਂ, 60, 10, 2, ਤੀਜਾ, ਸਾਰੇ, ਬਹੁਤੇ ਆਦਿ। ਸੰਖਿਆਵਾਚਕ ਵਿਸ਼ੇਸ਼ਣ ਦੀਆਂ ਕੁਝ ਉਦਾਹਰਨਾਂ ਹਨ। ਜਿਵੇਂ ਮੇਰੀ ਮਾਤਾ ਜੀ ਦੀ ਉਮਰ 60 ਸਾਲ ਹੈ। ਮੇਰੇ ਕੋਲ 10 ਨਾਵਲ ਹਨ। ਮੈਂ 2 ਗਿਲਾਸ ਜੂਸ ਪੀਤਾ। ਇਹਨਾਂ ਵਾਕਾਂ ਵਿੱਚ 60, 10 ਅਤੇ 2 ਸ਼ਬਦ ਸੰਖਿਆਵਾਚਕ ਵਿਸ਼ੇਸ਼ਣ ਹਨ। ਨੰਬਰ 3, ਪਰਿਮਾਣਵਾਚਕ ਵਿਸ਼ੇਸ਼ਣ। ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੀ ਮਿਣਤੀ, ਮਾਪ ਜਾਂ ਤੋਲ ਦਾ ਗਿਆਨ ਦਿੰਦਾ ਹੈ ਉਸਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਬਹੁਤ ਭਾਰਾ, ਥੋੜ੍ਹਾ ਪਾਣੀ, ਕਾਫੀ ਕੰਮ ਆਦਿ। ਜਦੋਂ ਅਸੀਂ ਪਰਿਮਾਣਵਾਚਕ ਵਿਸ਼ੇਸ਼ਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਮਿਣਤੀ, ਤੋਲ ਜਾਂ ਮਾਪ ਬਾਰੇ ਦੱਸਦੇ ਹਨ ਉਹਨਾਂ ਵਿਸ਼ੇਸ਼ਣਾਂ ਨੂੰ ਅਸੀਂ ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ ਕਹਿੰਦੇ ਹਾਂ। ਜਿਵੇਂ 2 ਮੀਟਰ, ਬਹੁਤ ਸਾਰੇ, 4 ਕਿਲੋ ਆਦਿ। ਕੁਝ ਉਦਾਹਰਨਾਂ ਹਨ। ਜਿਵੇਂ ਮੈਨੂੰ 2 ਕਿਲੋ ਚਾਵਲ ਦਿਓ। ਰਮਨ ਨੇ ਬਹੁਤ ਸਾਰਾ ਧਨ ਕਮਾਇਆ। ਮੈਨੂੰ ਥੋੜ੍ਹਾ ਜਿਹਾ ਪਾਣੀ ਪਿਲਾ ਦਿਓ। ਇਹਨਾਂ ਵਾਕਾਂ ਵਿੱਚ 2 ਕਿਲੋ, ਬਹੁਤ ਸਾਰਾ ਅਤੇ ਥੋੜ੍ਹਾ ਜਿਹਾ ਸ਼ਬਦ ਪਰਿਮਾਣਵਾਚਕ ਵਿਸ਼ੇਸ਼ਣ ਹਨ। ਪਰਿਮਾਣਵਾਚਕ ਵਿਸ਼ੇਸ਼ਣ 2 ਪ੍ਰਕਾਰ ਦੇ ਹੁੰਦੇ ਹਨ। ਨੰਬਰ 1, ਨਿਸ਼ਚਿਤ ਪਰਿਮਾਣਵਾਚਕ। ਨੰਬਰ 2, ਅਨਿਸ਼ਚਿਤ ਪਰਿਮਾਣਵਾਚਕ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ। ਜਿਹੜੇ ਵਿਸ਼ੇਸ਼ਣ ਸ਼ਬਦ ਆਪਣੇ ਵਿਸ਼ੇਸ਼ਾਂ ਦੀ ਪੂਰੀ ਮਿਣਤੀ ਜਾਂ ਮਾਪ ਤੋਲ ਦੱਸਣ ਉਹਨਾਂ ਨੂੰ ਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ 6 ਕਿਲੋ, ਮੀਟਰ, 4 ਕਿਲੋਮੀਟਰ ਆਦਿ। ਕੁਝ ਉਦਾਹਰਨਾਂ ਹਨ। ਜਿਵੇਂ 2 ਕਿਲੋ ਦੁੱਧ ਦਿਓ। 4 ਮੀਟਰ ਸੂਟ ਦਾ ਕੱਪੜਾ ਲੈ ਲਵੋ। ਇਹਨਾਂ ਵਾਕਾਂ ਵਿੱਚ 2 ਕਿਲੋ ਅਤੇ 4 ਮੀਟਰ ਸ਼ਬਦ ਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਹਨ। ਨੰਬਰ 2, ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ। ਜਿਹੜੇ ਵਿਸ਼ੇਸ਼ਣ ਸ਼ਬਦ ਵਿਸ਼ੇਸ਼ਾਂ ਦੀ ਪੂਰੀ ਮਿਣਤੀ ਜਾਂ ਮਾਪ ਨਾ ਦੱਸਣ ਉਹਨਾਂ ਨੂੰ ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਜ਼ਰਾ ਕੁ, ਬਥੇਰਾ, ਥੋੜ੍ਹਾ ਜਿਹਾ, ਬਹੁਤ ਸਾਰਾ ਆਦਿ। ਉਦਾਹਰਨਾਂ ਜਿਵੇਂ ਮੈਨੂੰ ਥੋੜ੍ਹਾ ਜਿਹਾ ਦੁੱਧ ਦਿਓ। ਸਬਜ਼ੀ ਵਿੱਚ ਜ਼ਰਾ ਕੁ ਲੂਣ ਪਾ ਦਿਓ। ਬੋਤਲ ਵਿੱਚ ਬਹੁਤ ਸਾਰਾ ਤੇਲ ਸੀ। ਇਹਨਾਂ ਵਾਕਾਂ ਵਿੱਚ ਥੋੜ੍ਹਾ ਜਿਹਾ, ਜ਼ਰਾ ਕੁ ਅਤੇ ਬਹੁਤ ਸਾਰਾ ਸ਼ਬਦ ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਹਨ। ਨੰਬਰ 4, ਨਿਸ਼ਚੈਵਾਚਕ ਵਿਸ਼ੇਸ਼ਣ। ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਵੱਲ ਨਿਸ਼ਚੈ ਪੂਰਵਕ ਇਸ਼ਾਰਾ ਕਰੇ ਅਤੇ ਉਸਨੂੰ ਖਾਸ ਬਣਾਵੇ ਉਸਨੂੰ ਨਿਸ਼ਚੈਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਇਹ ਮੁੰਡਾ, ਉਹ ਇਮਾਰਤ। ਜਦੋਂ ਅਸੀਂ ਨਿਸ਼ਚੈਵਾਚਕ ਵਿਸ਼ੇਸ਼ਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਵਿਸ਼ੇਸ਼ਣ ਇਸ਼ਾਰੇ ਜਾਂ ਸੰਕੇਤ ਨਾਲ ਆਪਣੇ ਵਿਸ਼ੇਸ਼ ਦਾ ਨਿਸ਼ਚੈ ਕਰਵਾਉਣ ਉਹਨਾਂ ਨੂੰ ਨਿਸ਼ਚੈਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਕੁਝ ਉਦਾਹਰਨਾਂ ਹਨ। ਇਹ ਮੇਰੀ ਕਮੀਜ਼ ਹੈ। ਉਹ ਉਹਨਾਂ ਦਾ ਮਕਾਨ ਹੈ। ਇਹਨਾਂ ਵਾਕਾਂ ਵਿੱਚ ਇਹ ਅਤੇ ਉਹ ਸ਼ਬਦ ਨਿਸ਼ਚੈਵਾਚਕ ਵਿਸ਼ੇਸ਼ਣ ਹਨ। ਇਹ 2 ਪ੍ਰਕਾਰ ਦੇ ਹੁੰਦੇ ਹਨ। ਨੰਬਰ 1, ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ। ਨੰਬਰ 2, ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਦੀ। ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਜਿਹੜੇ ਵਿਸ਼ੇਸ਼ਣ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਕੇ ਉਸਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਸ਼ਬਦਾਂ ਨੂੰ ਅਸੀਂ ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਕਹਿੰਦੇ ਹਾਂ। ਜਿਵੇਂ ਇਹ, ਇਸ ਆਦਿ। ਕੁਝ ਉਦਾਹਰਨਾਂ ਹਨ। ਜਿਵੇਂ ਇਹ ਮੇਰਾ ਸਕੂਲ ਹੈ। ਇਸ ਨਾਵਲ ਦੀ ਕੀਮਤ 200 ਰੁਪਏ ਹੈ। ਇਹਨਾਂ ਵਾਕਾਂ ਵਿੱਚ ਇਹ ਅਤੇ ਇਸ ਸ਼ਬਦ ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਹਨ। ਨੰਬਰ 2, ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ।
ਦੂਰ ਦੀ ਵਸਤੂ ਵੱਲ ਇਸ਼ਾਰਾ ਕਰਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦਾਂ ਨੂੰ ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਉਹ ਦੀਪਕ ਦਾ ਘਰ ਹੈ, ਉਹ ਹਰਮਨ ਦੀ ਕਾਰ ਹੈ। ਇਹਨਾਂ ਵਾਕਾਂ ਵਿੱਚ ਉਹ ਸ਼ਬਦ ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਹੈ। ਨੰਬਰ 5 ਪੜ੍ਹਨਾਵੀ ਵਿਸ਼ੇਸ਼ਣ। ਜਿਹੜਾ ਸ਼ਬਦ ਪੜ੍ਹਨਾਂਵ ਹੋਵੇ ਪਰ ਨਾਂਵ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ ਉਸਨੂੰ ਪੜ੍ਹਨਾਵੀ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਜੋ ਮੁੰਡਾ, ਮੇਰਾ ਕੁੜਤਾ। ਜਦੋਂ ਅਸੀਂ ਪੜ੍ਹਨਾਵੀ ਵਿਸ਼ੇਸ਼ਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਸ਼ਬਦ ਅਸਲ ਵਿੱਚ ਪੜ੍ਹਨਾਂਵ ਹੋਣ ਪਰ ਕਿਸੇ ਨਾਂਵ ਨਾਲ ਰਲ ਕੇ ਨਾਂਵ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਣ ਉਹਨਾਂ ਨੂੰ ਪੜ੍ਹਨਾਵੀ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਮੇਰਾ ਪੁੱਤਰ, ਉਸ ਦੀ ਸਕੂਟਰੀ, ਤੁਹਾਡਾ ਘਰ, ਸਾਡੀ ਮਸ਼ੀਨ ਆਦਿ। ਉਦਾਹਰਨਾਂ ਜਿਵੇਂ ਮੇਰਾ ਘਰ ਬਹੁਤ ਸੋਹਣਾ ਹੈ, ਤੁਹਾਡੀ ਕਾਰ ਦਾ ਰੰਗ ਪਿਆਰਾ ਹੈ। ਇਹਨਾਂ ਵਾਕਾਂ ਵਿੱਚ ਮੇਰਾ ਅਤੇ ਤੁਹਾਡੀ ਸ਼ਬਦ ਪੜ੍ਹਨਾਵੀ ਵਿਸ਼ੇਸ਼ਣ ਹਨ। ਪੜ੍ਹਨਾਵੀ ਵਿਸ਼ੇਸ਼ਣ ਦੋ ਤਰ੍ਹਾਂ ਦੇ ਹੁੰਦੇ ਹਨ। ਨੰਬਰ 1 ਮੂਲ ਰੂਪੀ ਪੜ੍ਹਨਾਵੀ ਵਿਸ਼ੇਸ਼ਣ। ਨੰਬਰ 2 ਉਤਪੰਨ ਰੂਪੀ ਪੜ੍ਹਨਾਵੀ ਵਿਸ਼ੇਸ਼ਣ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਮੂਲ ਰੂਪੀ ਪੜ੍ਹਨਾਵੀ ਵਿਸ਼ੇਸ਼ਣ ਦੀ। ਜਿਹੜੇ ਸ਼ਬਦ ਆਪਣੇ ਮੂਲ ਰੂਪ ਵਿੱਚ ਹੀ ਵਿਸ਼ੇਸ਼ਣ ਬਣ ਜਾਣ, ਜਾਣੀ ਕਿ ਜੋ ਆਪਣੇ ਆਪ ਵਿੱਚ ਹੀ ਪੜ੍ਹਨਾਵੀ ਵਿਸ਼ੇਸ਼ਣ ਹੁੰਦੇ ਹਨ, ਉਹਨਾਂ ਨੂੰ ਅਸੀਂ ਮੂਲ ਰੂਪੀ ਪੜ੍ਹਨਾਵੀ ਵਿਸ਼ੇਸ਼ਣ ਕਹਿੰਦੇ ਹਾਂ। ਜਿਵੇਂ ਕੌਣ, ਕੀ, ਕਿਹੜਾ ਆਦਿ। ਉਦਾਹਰਨਾਂ ਵਜੋਂ ਕਿਹੜੀ ਕੁੜੀ ਗੈਰ ਹਾਜ਼ਰ ਹੈ, ਤੁਸੀਂ ਕੌਣ ਹੋ। ਇਹਨਾਂ ਵਾਕਾਂ ਵਿੱਚ ਕਿਹੜੀ ਅਤੇ ਕੌਣ ਸ਼ਬਦ ਮੂਲ ਰੂਪੀ ਪੜ੍ਹਨਾਵੀ ਵਿਸ਼ੇਸ਼ਣ ਹਨ। ਨੰਬਰ 2 ਉਤਪੰਨ ਰੂਪੀ ਪੜ੍ਹਨਾਵੀ ਵਿਸ਼ੇਸ਼ਣ। ਜਿਹੜੇ ਸ਼ਬਦ ਪੜ੍ਹਨਾਂਵ ਤੋਂ ਪੈਦਾ ਹੋ ਕੇ ਵਿਸ਼ੇਸ਼ਣ ਦਾ ਕੰਮ ਨਿਭਾਉਣ, ਜੋ ਕਿਸੇ ਪੜ੍ਹਨਾਂਵ ਤੋਂ ਬਣਨ ਤੇ ਵਿਸ਼ੇਸ਼ਣ ਦਾ ਕੰਮ ਦੇਵੇ, ਉਹਨਾਂ ਨੂੰ ਅਸੀਂ ਉਤਪੰਨ ਰੂਪੀ ਪੜ੍ਹਨਾਵੀ ਵਿਸ਼ੇਸ਼ਣ ਆਖਦੇ ਹਾਂ। ਜਿਵੇਂ ਕਿੰਨਾ, ਕਿੰਨੀ ਆਦਿ। ਕੁਝ ਉਦਾਹਰਨਾਂ ਹਨ ਜਿਵੇਂ ਕਿੰਨੀ ਸਬਜ਼ੀ ਚਾਹੀਦੀ ਹੈ, ਕਿੰਨਾ ਸਮਾਨ ਲਿਆਉਣਾ ਹੈ। ਇਹਨਾਂ ਵਾਕਾਂ ਵਿੱਚ ਕਿੰਨੀ ਅਤੇ ਕਿੰਨਾ ਸ਼ਬਦ ਉਤਪੰਨ ਰੂਪੀ ਪੜ੍ਹਨਾਵੀ ਵਿਸ਼ੇਸ਼ਣ ਹਨ।